ਅੱਜ ਦੀ ਗੱਲ ਹੈ ਰਾਣਾ ਸਨਾਉਲਾ ਦਾ ਤੱਤਾ ਤਾਜ਼ਾ ਬਿਆਨ, ਜਿਹਦੇ ਵਿੱਚ ਉਹਨਾਂ ਨੇ ਇਹ ਆਖਿਆ ਹੈ ਕਿ ਅਸੀਂ ਨਵਾਜ਼ ਸ਼ਰੀਫ ਸਾਹਿਬ ਦੇ ਇਸਤਕਬਾਲ ਨੂੰ ਆਉਣ ਵਾਲੇ ਲੋਕਾਂ ਨੂੰ ਇਸ ਤਰੀਕੇ ਨਾਲ ਮੋਨੀਟਰ ਕਰਾਂਗੇ ਕਿ ਜਿਹੜਾ ਭੱਜਿਆ ਸਾਨੂੰ ਉਹਦਾ ਪਤਾ ਲੱਗ ਜਾਏਗਾ ਤੇ ਉਹਦਾ ਫਿਰ ਮੱਕੂ ਠੱਪ ਦਿਆਂਗੇ। ਉਹਨਾਂ ਕੀ ਆਖਿਆ ਹੈ ਤੇ ਮੈਂ ਤੁਹਾਨੂੰ ਦੱਸਣਾ ਪੂਰੀ ਗੱਲ, ਲੇਕਿਨ ਪਹਿਲਾਂ ਇਹਦੀ ਬੈਕਗਰਾਉਂਡ ਦੱਸਦੇ ਹਾਂ ਥੋੜੀ ਜੀ। ਤੁਹਾਨੂੰ ਚੇਤਾ ਹੋਏਗਾ ਜਿਸ ਵੇਲੇ ਕਾਇਦੇ ਕਿੱਲਤ ਜਨਾਬ ਨਵਾਜ਼ ਸ਼ਰੀਫ ਸਾਹਿਬ ਨੇ ਪਾਕਿਸਤਾਨ ਆਉਣ ਦਾ ਐਲਾਨ ਫਰਮਾਇਆ ਤੇ ਇੱਕੋ ਵਾਰੀ ਮਾਰਕੀਟ ਦੇ ਵਿੱਚ ਚੂੰਚੂ ਸ਼ੁਰੂ ਹੋ ਗਈ। ਰਾਣਾ ਸਨਾਉਲਾ ਨੇ ਛਾਲ ਮਾਰੀ ਤੇ ਉਹਨਾਂ ਆਖਿਆ ਕਿ 10 ਅਰਬ ਬੰਦਾ ਜਿਹੜਾ ਉਹ ਆਏਗਾ 에ਅਰਪੋਰਟ ਦੇ ਉੱਤੇ। ਦੁਨੀਆ ਪੂਰੀ ਦੀ ਆਬਾਦੀ ਹੈ ਜੇ 7.5 ਅਰਬ ਹੈ, ਪਤਾ ਨਹੀਂ 2.5 ਅਰਬ ਕਿੱਥੋਂ ਆਉਣਾ ਸੀ, ਉਹ ਤਾਂ ਮੈਂ ਤੁਹਾਨੂੰ ਦੱਸਿਆ ਹੈ। ਪਤਾ ਨਹੀਂ ਕੋਈ ਸਸਤਾ ਘੁੱਟ ਮਾਰਿਆ ਹੋਇਆ ਸੀ ਕਿਸੇ ਸ਼ਾਇਦ ਦਾ ਜਾਂ ਸੂਟਾ ਮਾਰਿਆ ਸੀ। ਪਹਿਲਾਂ ਰਾਣਾ ਸਨਾਉਲਾ ਸਾਹਿਬ ਆਖਿਆ ਸੀ, ਚੇਤਾ ਹੋਏਗਾ ਤੁਹਾਨੂੰ, ਕਿ ਨਵਾਜ਼ ਸ਼ਰੀਫ ਦਾ ਜਿਹੜਾ ਇਸਤਕਬਾਲ ਹੈ ਕਰਨ ਜਾਣ ਦਾ ਬਹੁਤਾ ਸਵਾਬ ਹੈ ਮੱਕੇ ਜਾਣ ਤੋਂ। ਇਹ ਚੇਤਾ ਹੈ ਤੁਹਾਨੂੰ, ਉਹਨਾਂ ਸਟੇਟਮੈਂਟ ਦਿੱਤੀ ਸੀ ਪਿਛਲੀ ਵਾਰੀ ਜਦੋਂ ਨਵਾਜ਼ ਸ਼ਰੀਫ ਸਾਹਿਬ ਆਏ ਸਨ। ਜਵੇਦ ਲਤੀਫ ਸਾਹਿਬ ਫਿਰ ਦੱਸਿਆ ਕਿ ਮੀਆਂ ਸਾਹਿਬ ਜਿਹੜੇ ਨੇ ਉਹ ਬੜੇ ਹਲੀਮ ਤਬੀਅਤ ਦੇ ਬੰਦੇ ਨੇ, ਬੜੀ ਉਹਨਾਂ ਦੀ ਨਿੱਘੀ ਜੀ ਤਬੀਅਤ ਹੈ। ਉਹਨਾਂ ਇਹ ਫੈਸਲਾ ਕੀਤਾ ਹੈ ਕਿ ਮੈਂ ਲੋਕਾਂ ਦੇ ਵਿਆਹ ਨਹੀਂ ਤੜਾਉਣੇ ਔਰ ਲੋਕਾਂ ਦੇ ਵਿਆਹਾਂ ਦੇ ਵਿੱਚ ਪਰੇਸ਼ਾਨੀ ਨਹੀਂ ਬਣਾਉਣੀ। ਇਸ ਵਾਸਤੇ ਵਿਆਹਾਂ ਦਾ ਸੀਜ਼ਨ ਹੈ ਤੇ ਮੈਨੂੰ 에ਅਰਪੋਰਟ ਤੇ ਕੋਈ ਨਾ ਲੈਣ ਆਵੇ, ਮੈਂ ਆਪੇ ਹੀ ਜਲਸਿਆਂ 'ਚ ਆਵਾਂਗਾ। ਥੋੜੇ ਦਿਨਾਂ ਤੋਂ ਬਾਅਦ ਇੱਕ ਟੈਲੀਵਿਜ਼ਨ ਨੇ ਸਾਰਾ ਭਾਂਡਾ ਪਾੜ ਦਿੱਤਾ, ਤੋੜ ਦਿੱਤਾ ਵਿੱਚ ਬਾਜ਼ਾਰ ਦੇ। ਉਹਨਾਂ ਆਖਿਆ ਕਿ ਅਸਲ ਗੱਲ ਇਹ ਕਿ 에ਅਰਪੋਰਟ ਤੇ ਪਤਾ ਲੱਗ ਜਾਣਾ ਸੀ ਬੰਦੇ ਕਿੰਨੇ ਆਏ ਨੇ। ਜਿਵੇਂ ਪਿਛਲੀ ਵਾਰੀ ਮਰੀਮ ਬਾਜੀ ਆਈ ਸੀ ਤੇ ਟੋਟਲ ਕੋਈ 600-700 ਬੰਦਾ ਆਇਆ ਸੀ ਤੇ ਸਾਰਿਆਂ ਨੂੰ ਪਤਾ ਲੱਗ ਗਿਆ ਸੀ ਕਿ ਕੰਮ ਖਰਾਬ ਹੈ। ਉਹਨਾਂ ਆਖਿਆ ਇਹ ਤੇ ਕਾਇਦੇ ਕਿੱਲਤ ਸਾਹਿਬ ਦਾ ਪਾਸ਼-ਪਾਸ਼ ਹੋ ਜਾਏਗਾ ਸਾਰਾ ਇਮੇਜ ਜਿਹੜਾ ਹੈ। ਉਹਨਾਂ ਆਖਿਆ ਇਹਦੇ ਲਈ ਬਿਹਤਰ ਹੈ ਕਿ ਲੋਕਾਂ ਨੂੰ ਚਲੋ ਇੱਕ ਥੋੜਾ ਜਿਹਾ ਓਲਾ ਰਹਿ ਜਾਏ ਔਰ ਇਹਨਾਂ ਨੂੰ ਸਿੱਧਾ ਮਨਾਰੇ ਪਾਕਿਸਤਾਨ ਲੈ ਕੇ ਜਾਣੇ। ਟੀਵੀ ਚੈਨਲ ਨੇ ਆਖਿਆ ਕਿ ਲਾਈਟਾਂ ਇਸ ਤਰੀਕੇ ਨਾਲ ਲਾਈਆਂ ਜਾਣਗੀਆਂ ਕਿ ਉੱਥੇ ਲੋਕੀ ਨਜ਼ਰ ਹੀ ਨਾ ਆਉਣ ਤੇ ਜਾਂ ਫਿਰ ਇਸ ਤਰੀਕੇ ਨਾਲ ਨਜ਼ਰ ਆਉਣ ਕਿ ਬੜਾ ਵੱਡਾ ਮਜਮਾ ਲੱਗੇ, ਭਾਵੇਂ ਮਜਮਾ ਹੋਵੇ ਜਾਂ ਨਾ ਹੋਵੇ। ਬਹਰਹਾਲ ਸਾਇੰਸਦਾਨ ਨੂਨ ਲੀਗ ਦੇ ਕੋਲ ਇੱਕ ਤੇ ਹੈ ਨਹੀਂ, ਕੋਈ ਜਵੇਦ ਲਤੀਫ ਕੱਲਾ ਨਹੀਂ ਜਾਂ ਰਾਣਾ ਸਨਾਉਲਾ ਕੱਲਾ ਨਹੀਂ, ਬੜੇ ਸਾਇੰਸਦਾਨ ਨੇ, ਉਹਨਾਂ ਦੀਆਂ ਬੜੀਆਂ ਗੱਲਾਂ ਨੇ। ਤੇ ਰਾਣਾ ਸਨਾਉਲਾ ਸਾਹਿਬ ਨੇ ਜਿਹੜੀ ਨਵੀਂ ਗੱਲ ਕੀਤੀ ਹੈ ਉਹ ਨਾ ਕੀਤੀ ਹੈ ਕਿ ਮੋਬਾਈਲ ਫੋਨ ਦੇ ਵਿੱਚ ਅਸੀਂ ਇੱਕ ਐਪਲੀਕੇਸ਼ਨ ਬਣਾਵਾਂਗੇ, ਐਪ ਕੀ ਹੁੰਦੀ ਪਿੰਡਾਂ ਦੇ ਬੰਦਿਆਂ ਵਾਸਤੇ, ਕਿ ਮੋਬਾਈਲ ਦੇ ਵਿੱਚ ਇੱਕ ਸਿਸਟਮ ਬਣਾ ਦੇਵਾਂਗੇ ਜਿਹਦੇ 'ਚ ਲੋਕੀ ਆਪਣਾ ਸਾਰਾ ਨਾਮ ਪਤਾ ਸਰਨਾਮਾ ਜਿਹੜਾ ਉਹ ਪਾਉਣਗੇ, ਘਰ ਦਾ ਐਡਰੈਸ, ਨਾਂ ਪਤਾ, ਪਿੰਡ, ਤਹਿਸੀਲ, ਜ਼ਿਲ੍ਹਾ, ਤੇ ਉਹਨਾਂ ਦੇ ਫੋਨ ਨੰਬਰ ਦੇ ਥਰੂ ਜਿਹੜੀ ਫੋਨ ਦੇ ਸਿਗਨਲ ਨੇ ਉਹਨਾਂ ਦੇ ਨਾਲ ਜੀਓ ਫੈਂਸਿੰਗ ਦੀ ਟੈਕਨੋਲੋਜੀ ਇਸਤੇਮਾਲ ਕਰਾਂਗੇ। ਜੀਓ ਫੈਂਸਿੰਗ ਐਡਾ ਮੈਨੂੰ ਵੀ ਕੋਈ ਨਹੀਂ ਪਤਾ, ਮੈਂ ਵੀ ਕੋਈ ਐਡਾ ਇੰਜੀਨੀਅਰ ਤੇ ਹੈ ਨਹੀਂ, ਪਰ ਤੁਹਾਡੇ ਸਮਝਣ ਵਾਸਤੇ ਜਿੰਨਾ ਕਿ ਮੈਨੂੰ ਪਤਾ ਉਹ ਦੱਸ ਦਿੰਦਾ। ਜੀਓ ਫੈਂਸਿੰਗ ਉਦੋਂ ਇਸਤੇਮਾਲ ਕੀਤੀ ਜਾਂਦੀ ਹੈ ਜਦੋਂ ਕਿਸੇ ਬੰਦੇ ਨੇ ਕੋਈ ਵੱਡਾ ਜੁਰਮ ਕੀਤਾ ਹੋਵੇ ਤੇ ਉਹਦੇ 'ਚ ਉਹ ਮਫਰੂਰ ਹੋਵੇ ਤੇ ਉਹਨੂੰ ਫੜਨਾ ਹੋਵੇ, ਜਿਵੇਂ ਦਹਿਸ਼ਤਗਰਦੀ ਕੀਤੀ ਹੋਵੇ, ਕਿਸੇ ਨੇ ਕੋਈ ਜ਼ਨਾ ਦਾ ਵਾਰਦਾਤ ਕੀਤੀ ਹੋਵੇ ਜਾਂ ਕਤਲ ਕੀਤਾ ਹੋਵੇ, ਤੇ ਉਹ ਜੀਓ ਫੈਂਸਿੰਗ ਨਾਲ ਫੜਦੇ ਨੇ। ਉਹਦੇ ਮੋਬਾਈਲ ਫੋਨ ਦੀਆਂ ਜਿਹੜੀਆਂ ਲਹਿਰਾਂ ਨੇ ਉਹਨਾਂ ਦਾ ਹਿਸਾਬ ਲਾਉਂਦੇ ਨੇ ਕਿ ਕਿੱਥੇ ਹੈ ਬੰਦਾ, ਤੇ ਜੀਓ ਫੈਂਸਿੰਗ ਕਰਕੇ ਉਹਨੂੰ ਟਰੈਕ ਕਰਕੇ ਉਹਦਾ ਪਿੱਛਾ ਕਰਕੇ ਉਹਨੂੰ ਫੜਿਆ ਜਾਂਦਾ। ਹੁਣ ਰਾਣਾ ਸਾਹਿਬ, ਮੈਂ ਨਹੀਂ ਇਹ ਕਹਿ ਰਿਹਾ, ਰਾਣਾ ਸਾਹਿਬ ਆਖਿਆ ਕਿ ਜਿਹੜੇ ਬੰਦਿਆਂ ਨੇ ਨੂਨ ਲੀਗ ਦਿਆਂ ਨੇ ਨਵਾਜ਼ ਸ਼ਰੀਫ ਨੂੰ ਲੈਣ ਆਉਣਾ 에ਅਰਪੋਰਟ ਤੇ, ਅਸੀਂ ਪਹਿਲਾਂ ਉਹਨਾਂ ਦਾ ਡਾਟਾ ਮੋਬਾਈਲ ਐਪਲੀਕੇਸ਼ਨ 'ਚ ਪਾਵਾਂਗੇ, ਉੱਥੋਂ ਅਸੀਂ ਪਤਾ ਲਾਵਾਂਗੇ ਕਿ ਕਿਹੜਾ ਬੰਦਾ ਵਾਕਿਆ ਹੀ ਆਇਆ 에ਅਰਪੋਰਟ ਤੇ ਕਿੰਨੇ ਕੂੜ ਮਾਰ ਦਿੱਤਾ ਹੈ। ਉਹ ਪਿੰਡ ਬੈਠਾ ਹੀ ਆਖੀ ਜਾਂਦਾ ਹੈ ਕਿ ਮੈਂ ਆਇਆ ਸਾਂ ਜਨਾਬ 에ਅਰਪੋਰਟ ਤੇ, ਰਾਣਾ ਸਾਹਿਬ ਮੈਂ ਜਿਹੜਾ ਨਾ ਉਹ ਆਇਆ ਸਾਂ, ਮੈਂ ਨਿਸਾਰ ਜੱਟ ਦੇ ਹਲਕੇ ਤੋਂ, ਤੁਹਾਡੇ ਜਿੱਥੋਂ ਤੁਸੀਂ ਇਲੈਕਸ਼ਨ ਲੜਦੇ ਹੋ, ਮੈਂ ਉੱਥੋਂ ਦੇ ਫਲਾਣੇ ਪਿੰਡ ਦਾ ਰਹਿਣ ਵਾਲਾ ਤੇ ਮੈਂ ਆਇਆ ਸਾਂ ਨਵਾਜ਼ ਸ਼ਰੀਫ ਦਾ ਉੱਥੇ ਜਨਾਬ ਜਿਹੜਾ ਨਾ ਇਸਤਕਬਾਲ ਕਰਨ। ਪਰ ਉਹ ਬੈਠਾ ਪਿੰਡ ਹੋਏਗਾ ਤੇ ਇਹਨਾਂ ਨੂੰ ਕਿਉਂਕਿ ਪਤਾ ਵੀ ਲੋਕਾਂ ਆਉਣਾ ਕੋਈ ਨਹੀਂ, ਇਸ ਲਈ ਲੋਕਾਂ ਨੂੰ ਡਰਾਉਣ ਵਾਸਤੇ, ਝਕਾਨੀਆਂ ਦੇਣ ਵਾਸਤੇ ਏਡੇ ਕਿਤੇ ਇਹ ਬਿਲ ਗੇਟ ਦੇ ਪੁੱਤਰ ਰਹਿੰਦੇ ਨਹੀਂ, ਏਡੇ ਕਿਤੇ ਮਾਈਕਰੋਸਾਫਟ ਆਜ਼ਾਦ ਕਰਨ ਵਾਲੇ ਇਹ ਉਹੀ ਨੇ ਜਿਹੜੇ ਲੋਕਾਂ ਦੇ ਫੌਂਟ ਅੱਗੇ ਪਿੱਛੇ ਕਰਕੇ ਕੈਲਬਰੀ ਫੌਂਟ ਇਸਤੇਮਾਲ ਕਰਦੇ ਨੇ, ਨਕਲਾਂ ਮਾਰਦੇ ਨੇ। ਕੈਲਕੂਲੇਟਰ ਚਲਾ ਲੈਣ ਬੜੀ ਗੱਲ ਹੈ ਨੂਨ ਲੀਗ ਵਾਲੇ, ਇਹ ਸਾਨੂੰ ਦੱਸਣ ਡਏ ਨੇ ਵੀ ਅਸੀਂ ਜੀਓ ਫੈਂਸਿੰਗ ਕਰ ਲੈਣੀ ਤੇ ਐਪਲੀਕੇਸ਼ਨਾਂ ਪਾ ਲੈਣੀਆਂ, ਐਵੇਂ ਝੂਠ ਮਾਰਦੇ ਨੇ, ਤੁਹਾਡਾ ਤਰਾਹ ਕੱਢਦੇ ਨੇ। ਜਿੰਨੇ ਇਹਨਾਂ ਕੋਲ ਕੋਈ ਰੁਪਈਏ ਫੜੇ ਨੇ, ਫੜੋ, ਬਰਿਆਨੀਆਂ ਸ਼ਰਿਆਨੀਆਂ ਖਾਓ ਤੇ ਉੱਥੇ ਪਿੰਡ ਮੌਜਾਂ ਮਾਰੋ, ਇਹਨਾਂ ਨੂੰ ਕੋਈ ਪਤਾ ਨਹੀਂ ਜੇ ਲੱਗਣਾ ਵੀ ਨਵਾਜ਼ ਸ਼ਰੀਫ ਲਈ ਤੁਸੀਂ ਉੱਥੇ ਆਪਣੇ ਜੇ ਕਿ ਨਹੀਂ। ਬਹਰਹਾਲ ਰਾਣਾ ਸਾਹਿਬ ਆਖਿਆ ਕਿ ਉਸ ਐਪਲੀਕੇਸ਼ਨ ਦੇ ਵਿੱਚ ਪਾਵਾਂਗੇ ਡਾਟਾ, ਤੇ ਡਾਟਾ ਪਾ ਕੇ ਫਿਰ ਪਤਾ ਲਾਵਾਂਗੇ ਵੀ ਕਿਹੜਾ ਆਇਆ ਤੇ ਕਿਹੜਾ ਨਹੀਂ ਆਇਆ। ਮੇਰਾ ਇੱਕ ਮਸ਼ਵਰਾ ਹੈ, ਡਾਟਾ ਸ਼ਾਟਾ ਤੇ ਤੁਹਾਡੇ ਕੋਲ ਪਾਇਆ ਨਹੀਂ ਜਾਣਾ, ਇੱਥੇ ਤੁਹਾਡੇ ਕੋਲੋਂ ਤੇ ਰਾਣਾ ਸਾਹਿਬ ਜਾਂ ਜਿਹੋ ਜਿਹੇ ਸਾਇੰਸਦਾਨ ਹੈ ਨੇ, ਰਾਣਾ ਸਾਹਿਬ ਹੋਣ ਜਾਂ ਜਵੇਦ ਲਤੀਫ ਸਾਹਿਬ ਹੋਣ, ਤੁਹਾਡੇ ਕੋਲੋਂ ਤਾਂ ਮੈਸੇਜ ਨਹੀਂ ਲਿਖਿਆ ਜਾਂਦਾ ਸਿੱਧੀ ਤਰ੍ਹਾਂ। ਬਿਹਤਰ ਮੈਂ ਤੁਹਾਨੂੰ ਟੈਕਨੋਲੋਜੀ ਦੱਸ ਦਿੰਦਾ, ਯਕੀਨ ਕਰੋ ਤੁਹਾਡਾ ਟਾਈਮ ਬਚ ਜਾਏਗਾ। ਇੱਕ ਟੈਕਨੋਲੋਜੀ ਤੇ ਜ਼ਵਾਰ ਵੜੈਚ ਸਾਹਿਬ ਨੇ ਤੁਹਾਨੂੰ ਦੱਸੀ, ਉਹ ਸੁਣਵਾਉਣੇ ਆ, ਤੇ ਦੂਜੀ ਉਹ ਤੁਹਾਡੇ ਹੀ ਬੰਦੇ ਨੇ ਇਸ ਵੇਲੇ, ਲੇਕਿਨ ਦੂਜੀ ਟੈਕਨੋਲੋਜੀ ਤੁਹਾਨੂੰ ਮੈਂ ਦੱਸ ਦੇਣਾ, ਮੁਫਤ ਪੈਸੇ ਵੀ ਨਹੀਂ ਲੱਗਣਗੇ ਤੇ ਕਿਸੇ ਕਿਸਮ ਦੇ ਸਿਗਨਲ ਵੀ ਫੇਲ ਨਹੀਂ ਹੋਣਗੇ, ਬੈਟਰੀ ਵੀ ਨਹੀਂ ਮੁੱਕੇਗੀ, ਤੇ ਜਿੰਨੀ ਕੁ ਤੁਹਾਡੀ ਅਕਲ ਹੈ ਉਹਦੇ ਨਾਲ ਕੰਮ ਵੀ ਪੂਰਾ ਹੋ ਜਾਏਗਾ।
ਇਹ ਮੋਬਾਈਲ ਐਪਲੀਕੇਸ਼ਨਾਂ ਨਾ ਬਣਾਓ, ਜੀਓ ਫੈਂਸਿੰਗ ਨਾ ਕਰੋ। ਇਹਨਾਂ ਲੋਕਾਂ ਕਿਹੜਾ ਕੋਈ ਜ਼ਨਾਹ ਕੀਤਾ ਹੈ ਜਾਂ ਕੋਈ ਕਤਲ ਕੀਤਾ ਹੈ, ਜਾਂ ਇਹ ਮੁਜਰਮ ਨੇ ਜਿਨ੍ਹਾਂ ਨੂੰ ਇੰਜ ਤੁਸੀਂ ਟਰੈਕ ਕਰਨਾ ਕਿ ਤੁਹਾਡੇ ਵੋਟਰ ਸਪੋਰਟਰ ਨੇ। ਕੁਝ ਤੇ ਇੱਜ਼ਤ ਕਰੋ, ਜਿਹਨਾਂ ਚੌਂ ਨੇ ਆਉਣਾ ਉਹਨਾਂ ਦੀ ਹੋਰ ਕੁਝ ਨਹੀਂ ਤੇ ਇੱਜ਼ਤ ਹੀ ਕਰ ਲਓ। ਜੀਓ ਫੈਂਸਿੰਗ ਕਹਿਣਾ ਕਿੱਡੀ ਵੱਡੀ ਤੋਹੀਨ ਹੈ ਆਪਣੇ ਵਰਕਰ ਦੀ। ਪਰ ਚਲੋ ਤੁਸੀਂ ਸ਼ਾਇਦ ਲਿੱਤਰ ਮਾਰ ਕੇ ਵੋਟ ਲੈਂਦੇ ਜੇ, ਇਹੀ ਤੁਹਾਡਾ ਕੋਈ ਅਸੂਲ ਹੋਵੇ। ਲੇਕਿਨ ਮੇਰਾ ਮਸ਼ਵਰਾ ਤੁਹਾਨੂੰ ਇਹ ਹੈ ਕਿ ਇਹ ਐਪਲੀਕੇਸ਼ਨਾਂ ਦੇ ਰੌਲੇ 'ਚ ਨਾ ਪਵੋ। ਮੇਰੀ ਗੱਲ ਮੰਨੋ, ਇਹਨਾਂ ਦੇ ਨਾਲਿਆਂ ਦੇ ਨਾਲ ਨਾਲਾ ਬੰਨੋ। ਸੁੱਥਣਾ ਦੇ ਜਿਹੜੇ ਨਾਲੇ ਨੇ, ਉਰਦੂ 'ਚ ਨਾੜਾ ਆਖਦੇ ਨੇ ਉਹਨੂੰ, ਇਹਨਾਂ ਦੇ ਨਾਲਿਆਂ ਦੇ ਨਾਲ ਨਾਲੇ ਬੰਨ੍ਹ ਦਿਓ ਤਾਂ ਕਿ ਅੱਗੇ ਪਿੱਛੇ ਹੋ ਵੀ ਨਾ ਸਕੇ ਬੰਦਾ। ਨਾਲੇ ਇਹਨਾਂ ਦੇ ਬੰਨ੍ਹ ਦਿਓ, 5 7 10 ਬੰਦਿਆਂ ਦੇ ਨਾਲੇ ਬੰਨੇ ਹੋਣਗੇ, ਕਿੱਧਰ ਭੱਜਣਗੇ? ਭੱਜੇਗਾ ਤੇ ਕੋਈ ਸੁੱਥਣ ਲਾ ਕੇ ਭੱਜੇਗਾ। ਤੇ ਐਡਾ ਤੇ ਬੇਸ਼ਰਮ ਕੋਈ ਨਹੀਂ ਹੋਣ ਲੱਗਾ, ਭਾਵੇਂ ਨੂਨ ਲੀਗ ਦਾ ਵੋਟਰ ਹੀ ਹੋਵੇ। ਐਡਾ ਬੇਸ਼ਰਮ ਕੋਈ ਪਟਵਾਰੀ ਵੀ ਨਹੀਂ ਹੋਣ ਲੱਗਾ ਵੀ ਸੁੱਥਣ ਤੋਂ ਬਗੈਰ ਹੀ ਭੱਜ ਜਾਏ। ਤੇ ਫਿਰ ਸੁੱਥਣ ਛੱਡੇਗਾ ਜਾਂ ਨਵਾਜ਼ ਸ਼ਰੀਫ ਸਾਹਿਬ ਨੂੰ ਛੱਡੇਗਾ। ਤੇ ਉਹ ਅੱਗੇ ਹੀ ਪੰਜਾਬੀ ਚਾਹੁੰਦੇ ਨੇ ਸੁੱਥਣ ਦਾ ਸਾਗ, ਤੇ ਸੁੱਥਣ ਦਾ ਸਾਗ ਬਣ ਜਾਏਗਾ। ਤੇ ਉਹਦੇ ਨਾਲ ਫਿਰ ਨਵਾਜ਼ ਸ਼ਰੀਫ ਸਾਹਿਬ ਦਾ ਇਸਤਕਬਾਲ ਭਰਵਾਂ ਹੋ ਜਾਏਗਾ। ਜਿਹੜੇ ਵੀ 4 ਬੰਦੇ ਲਿਆ ਸਕੋਗੇ, ਕਮ ਸੇ ਕਮ ਉਹ ਭੱਜਣਗੇ ਨਹੀਂ, ਜਿਹੜਾ ਤੁਹਾਡਾ ਖਦਸ਼ਾ ਹੈ। ਐਵੇਂ ਇਹਨਾਂ ਦੇ ਉੱਤੇ ਜੀਓ ਫੈਂਸਿੰਗ ਨਾ ਕਰੋ। ਪਿੰਡਾਂ ਦੇ ਬੰਦੇ ਲਿਆਉਣੇ ਨੇ ਤੁਸੀਂ, ਔਰ ਕਿਤੇ ਕੋਈ ਬੰਦੇ ਹੋ ਸਕਦਾ ਕਿਤੇ ਕੋਈ ਪੱਠਿਆਂ ਤੋਂ, ਕਿਸੇ ਹੋਰ ਜਗ੍ਹਾ ਤੋਂ ਕੋਈ ਦਿਹਾੜੀ ਦਿਹੂੜੀ ਦੇ ਕੇ ਲਿਆਉਣੇ ਹੋਣ। ਤੇ ਐਵੇਂ ਲੋਕਾਂ ਦੇ ਉੱਤੇ ਇਹੋ ਜਿਹੀਆਂ ਉਲਟੀਆਂ ਗੱਲਾਂ ਨਾ ਕਰੋ।